ਸੋ ਸਤਿਗੁਰੂ ਨੇ ਬਚਨ ਕੀਤੇ, ਦਾਨਵ ਦੇਵ ਫਨਿੰਦ ਅਪਾਰਾ। ਦਾਨਵ ਤੋਂ ਭਾਵ ਦੈਂਤ, ਦੇਵ ਤੋਂ ਭਾਵ ਦੇਵਤੇ, ਤੇ ਫਨਿੰਦ ਤੋਂ ਭਾਵ ਜਿਵੇਂ ਪਹਿਲਾਂ ਬੇਨਤੀ ਕੀਤੀ ਸ਼ੇਸ਼ ਨਾਗ, ਕਿਉਂਕਿ ਪੁਰਾਣਾਂ ਦੇ ਵਿੱਚ ਮੰਨਿਆ ਗਿਆ ਕਿ ਇਹ ਨਾਗਦੇਵ ਅਤੇ ਪਾਤਾਲ ਦਾ ਜੋ ਕਿ ਰਾਜਾ ਹੈ। ਔਰ ਪੁਰਾਣਾਂ ਦੇ ਵਿੱਚ ਕਥਨ ਆਉਂਦਾ ਕਿ ਸ਼ੇਸ਼ ਨਾਗ ਦੇ 1000 ਮੁਖ ਨੇ, ਜਿਹੜਾ ਕਿ ਵਿਸ਼ਨੂੰ ਭਗਵਾਨ ਦੇ ਉੱਤੇ ਆਪਣੀ ਛਾਇਆ ਕਰਦਾ ਹੈ। ਸਤਿਗੁਰੂ ਕਹਿੰਦੇ ਐਸੇ ਵਿਸ਼ਾਲ ਸ਼ੇਸ਼ ਨਾਗ ਜਿਹੇ ਪਤਾ ਨਹੀਂ ਕਿੰਨੇ ਕਈ ਪਰਮਾਤਮਾ ਨੇ ਸਾਜੇ, ਪਰਮਾਤਮਾ ਤੋਂ ਵੱਡਾ ਕੋਈ ਵੀ ਨਹੀਂ। ਸਰਬਲੋਕ ਗ੍ਰੰਥ ਸਾਹਿਬ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤੇ ਕਿ ਸ਼ੇਸ਼ ਸਹਿਸ ਮੁਖ ਰਟਤ ਤਉ ਨਹੀਂ ਪਾਵਤ ਪਾਰਾ, ਕਿ ਸ਼ੇਸ਼ ਨਾਗ ਵੀ ਆਪਣੇ 1000 ਮੁਖਾਂ ਰਾਹੀਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਤੈਨੂੰ ਜਪ ਰਿਹਾ, ਤੇਰੇ ਗੁਣ ਗਾ ਰਿਹਾ, ਪਰ ਉਹ ਵੀ ਤੇਰਾ ਅੰਤ ਨਹੀਂ ਪਾ ਸਕਿਆ। ਖਾਲਸਾ ਜੀ, ਮੈਂ ਬੇਨਤੀ ਕਰਾਂ, ਕਈ ਵਾਰ ਨਾ ਬੰਦਾ ਸ਼ਬਦ ਵੇਖ ਕਰਕੇ, ਨਾਮ ਵੇਖ ਕਰਕੇ ਈਰਖਾ ਵਿੱਚ ਆ ਜਾਂਦਾ ਹੈ, ਹੀਣਤਾ ਵਿੱਚ ਆ ਜਾਂਦਾ ਹੈ। ਅਤੇ ਅੱਜ ਕੱਲ੍ਹ ਇਹ ਹਾਲਾਤ ਬਣ ਗਏ ਨੇ ਕਿ ਲੋਕ ਆਪਣੇ ਧਰਮ ਦੀ ਗੱਲ ਸੁਣਨੀ ਪਸੰਦ ਕਰਦੇ ਨੇ, ਪਰ ਦੂਸਰੇ ਦੀ ਗੱਲ ਸੁਣਨੀ ਪਸੰਦ ਨਹੀਂ ਕਰਦੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦ੍ਰਿਸ਼ਟੀ ਉਹ ਸਮ ਦ੍ਰਿਸ਼ਟੀ ਹੈ। ਮਹਾਰਾਜ ਹਰ ਇੱਕ ਦੇ ਵਿੱਚੋਂ ਉਸ ਪਰਮਾਤਮਾ ਦੀ ਜੋਤ ਨੂੰ ਤੱਕਦੇ ਨੇ ਅਤੇ ਤੱਕਣਾ ਸਿਖਾਉਂਦੇ ਨੇ, ਦਰਸ਼ਨ ਕਰਨਾ ਸਿਖਾਉਂਦੇ ਨੇ ਕਿ ਹਰ ਇੱਕ ਵਿੱਚ ਹੀ ਪਰਮਾਤਮਾ ਰਮਿਆ ਹੈ। ਇੱਥੇ ਦੇਵੀ ਦੇਵਤਿਆਂ ਦੀ, ਫਰਿਸ਼ਤਿਆਂ ਦੀ, ਪੀਰਾਂ ਪੈਗੰਬਰਾਂ ਦੀ ਉਹ ਨਹੀਂ ਗੱਲ ਨਹੀਂ। ਇੱਥੇ ਇਹ ਕਿਹਾ ਕਿ ਇਹਨਾਂ ਨੂੰ ਵੀ ਸਾਜਣ ਵਾਲਾ ਪਰਮਾਤਮਾ ਹੈ। ਸੋ ਕੋਈ ਇਹ ਨਾ ਕਵੇ ਕਿ ਇਹ ਸ਼ਬਦ ਪਤਾ ਨਹੀਂ ਦਸਮ ਦੇ ਵਿੱਚ ਸਰਬਲੋਕ ਗ੍ਰੰਥ ਦੇ ਵਿੱਚ ਕਿਹਨੇ ਲਿਖ ਦਿੱਤੇ। ਮੈਂ ਬੇਨਤੀ ਕਰਾਂ ਕਿ ਕੇਵਲ ਸਰਬਲੋਕ ਗ੍ਰੰਥ ਸਾਹਿਬ ਜਾਂ ਸ਼੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਹੀ ਨਹੀਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਸਤਿਗੁਰੂ ਨੇ ਬਚਨ ਕੀਤੇ ਕਿ ਗਾਵੈ ਗੁਣ ਸੇਸ ਮਹਿਸ ਜਿਹਬਾ ਰਸ, ਆਦ ਅੰਤ ਲਿਵ ਲਾਗ ਧੁਨਾ, ਕਿ ਹੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੈਨੂੰ ਸ਼ੇਸ਼ ਨਾਗ ਵੀ ਗਾ ਰਿਹਾ, ਫਨਿੰਦ ਵੀ ਗਾ ਰਿਹਾ, ਦੇਵਤੇ ਵੀ ਗਾ ਰਹੇ ਨੇ, ਦੈਂਤ ਵੀ ਗਾ ਰਿਹਾ, 1000 ਜਿਹਬਾ ਰਾਹੀਂ ਸ਼ੇਸ਼ ਨਾਗ ਤੈਨੂੰ ਗਾ ਰਿਹਾ, ਪਰ ਤੇਰਾ ਅੰਤ ਨਹੀਂ ਪਾ ਸਕਿਆ। ਸੋ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੇਅੰਤਤਾ ਹੈ। ਉਹਨੇ ਪਤਾ ਨਹੀਂ ਕਿੰਨੇ ਹੀ ਦੇਵਤੇ, ਦੈਂਤ ਤੇ ਫਨਿੰਦ ਸਾਜੇ ਔਰ ਸਾਜ ਕੇ ਫਿਰ ਸਮੇਟ ਦਿੱਤੇ। ਅੱਗੇ ਬਚਨ ਕਰਦੇ ਨੇ, ਗੰਧਰਵ ਜਛ ਰਚੈ ਸੁਭਚਾਰਾ। ਸਤਿਗੁਰੂ ਕਹਿੰਦੇ ਕਿ ਗੰਧਰਵ ਵੀ ਉਹਦੇ ਸਾਚੇ ਨੇ, ਜਛ ਵੀ ਉਹਦੇ ਸਾਚੇ ਨੇ, ਅਤੇ ਸੁਭਚਾਰਾ ਤੋਂ ਭਾਵ ਕਿ ਚਾਰੇ ਖਾਣੀਆਂ ਸੰਸਾਰ ਦੀਆਂ ਇਹ ਵੀ ਉਹਨੇ ਸਾਜੀਆਂ। ਵਿਸਤਾਰ ਪੂਰਵਕ ਆਪ ਜੀ ਨਾਲ ਸਾਂਝ ਪਾਵਾਂ। ਗੰਧਰਵ ਖਾਲਸਾ ਜੀ, ਗੰਧਰਵ ਉਹਨਾਂ ਨੂੰ ਕਿਹਾ ਜਾਂਦਾ ਕਿ ਜਿਹੜੇ ਦੇਵਲੋਕ ਦੇ ਗਵਈਏ ਨੇ, ਕਿਉਂਕਿ ਪੁਰਾਤਨ ਕਥਨ ਅਨੁਸਾਰ ਜੋ ਕਿ ਗੰਧਰਵ ਦੇਵਲੋਕ ਦੇ ਗਵਈਆਂ ਨੂੰ ਕਿਹਾ ਜਾਂਦਾ ਸੀ। ਅਤੇ 4 ਵੇਦਾਂ ਦੇ ਵਿੱਚੋਂ ਅਥਰਵਣ ਵੇਦ ਦੇ ਵਿੱਚ ਜੋ ਗੰਧਰਵਾਂ ਦੀ ਗਿਣਤੀ ਲਿਖੀ ਹੈ ਉਹ 6333 ਕਰਕੇ ਮੰਨੀ ਗਈ ਹੈ ਕਿ ਦੇਵਲੋਕ ਦੇ ਵਿੱਚ 6333 ਗੰਧਰਵ ਜਿਹੜੇ ਗਾ ਰਹੇ ਨੇ ਦੇਵਲੋਕ ਦੀ ਸਭਾ ਦੇ ਵਿੱਚ। ਸਤਿਗੁਰੂ ਕਹਿੰਦੇ ਇਹਨਾਂ ਗੰਧਰਵਾਂ ਨੂੰ ਵੀ ਉਸ ਪਰਮਾਤਮਾ ਨੇ ਸਾਜਿਆ। ਜਛ, ਜੋ ਕਿ ਜਛ ਦੇਵਤਿਆਂ ਦੀ ਇੱਕ ਪ੍ਰਜਾਤੀ ਮੰਨੀ ਗਈ ਹੈ, ਔਰ ਇਹ ਮੰਨਿਆ ਗਿਆ ਕਿ ਜੋ ਜਛ ਹੈ ਉਹ ਕੁਬੇਰ ਦੀ ਸੇਵਾ ਦੇ ਵਿੱਚ ਰਹਿੰਦਾ ਹੈ। ਵਿਸ਼ਨੂੰ ਪੁਰਾਣ ਦੇ ਵਿੱਚ ਜ਼ਿਕਰ ਹੁੰਦਾ ਹੈ ਕਿ ਇਹ ਬ੍ਰਹਮਾ ਦੀ ਤਮੋ ਬਿਰਤੀ ਤੋਂ ਪ੍ਰਗਟ ਹੋਇਆ ਸੀ ਜੋ ਜਛ ਸੀ, ਪਰ ਸਤਿਗੁਰੂ ਕਹਿੰਦੇ ਇਹ ਵੀ ਉਸ ਪਰਮਾਤਮਾ ਦੇ ਵਿੱਚ ਲੀਨ ਹੈ। ਵੇਖੋ, ਮੈਂ ਬੇਨਤੀ ਕਰਾਂ, ਕੋਈ ਇਹ ਨਾ ਕਵੇ ਕਿ ਇਹ ਬਾਹਮਣਵਾਦ ਹੈ, ਇਹ ਏਜੰਸੀਆਂ ਨੇ ਬਾਣੀ ਲਿਖ ਦਿੱਤੀ, ਇਹ ਬਾਹਮਣਾਂ ਨੇ ਬਾਣੀ ਲਿਖ ਦਿੱਤੀ। ਨਹੀਂ ਨਹੀਂ ਖਾਲਸਾ ਜੀ, ਇਹ ਬਾਣੀ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਪਣੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ, ਅਤੇ ਕੋਈ ਵੀ ਮਨ ਦੇ ਵਿੱਚ ਭੁਲੇਖਾ ਨਾ ਰੱਖੇ। ਹੁਣ ਵੇਖੋ, ਜਿਸ ਵਕਤ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹ ਬਾਣੀ ਲਿਖੀ, ਉਸ ਵਕਤ ਲੋਕ ਪਰਮਾਤਮਾ ਤੋਂ ਟੁੱਟੇ ਨੇ, ਪਰਮਾਤਮਾ ਦੀ ਸ਼ਕਤੀ ਤੋਂ ਟੁੱਟੇ ਨੇ, ਬਲਕਿ ਜਿਨ੍ਹਾਂ ਨੂੰ ਪਰਮਾਤਮਾ ਨੇ ਸਾਜਿਆ ਸੀ ਉਹਨਾਂ ਨੂੰ ਵੀ ਪਰਮਾਤਮਾ ਤੋਂ ਵੱਡਾ ਕਰਕੇ ਮੰਨਣ ਲੱਗ ਪਏ। ਤਾਂ ਕਰਕੇ ਮਹਾਰਾਜ ਨੇ ਕਿਹਾ ਵੀ ਉਹ ਭਲਿਓ, ਉਹ ਮੂਰਖ ਲੋਕੋ, ਪਰਮਾਤਮਾ ਦੀ ਸਾਜੀ ਹੋਈ ਸ਼ਕਤੀਆਂ ਨੂੰ ਤੇ ਧਿਆ ਰਹੇ ਹੋ, ਪਰ ਜਿਨ੍ਹਾਂ ਨੇ ਸ਼ਕਤੀਆਂ ਸਾਜੀਆਂ ਉਸ ਪਰਮਾਤਮਾ ਨੂੰ ਕਿਉਂ ਨਹੀਂ ਧਿਆਉਂਦੇ। ਜਿਸ ਪਰਮਾਤਮਾ ਨੇ ਜਛ ਨੂੰ ਸਾਜਿਆ, ਜਿਸ ਪਰਮਾਤਮਾ ਨੇ ਗੰਧਰਵ ਨੂੰ ਸਾਜਿਆ, ਜਿਸ ਪਰਮਾਤਮਾ ਨੇ ਬ੍ਰਹਮਾ ਨੂੰ ਸਾਜਿਆ, ਸ਼ਿਵ ਜੀ ਨੂੰ, ਵਿਸ਼ਨੂੰ ਨੂੰ ਸਾਜਿਆ, ਤੁਸੀਂ ਉਸ ਪਰਮਾਤਮਾ ਨੂੰ ਚੇਤੇ ਕਿਉਂ ਨਹੀਂ ਕਰ ਰਹੇ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਆਪਣੇ ਮਨ ਦੇ ਵਿੱਚੋਂ ਕਿਉਂ ਵਿਸਾਰ ਦਿੱਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਆਉਣ ਦਾ ਕਾਰਨ ਕੀ ਹੈ। ਸੰਸਾਰ ਦੇ ਤਖਤੇ 'ਤੇ ਪ੍ਰਗਟ ਹੋਣ ਦਾ ਕਾਰਨ ਇਹੋ ਹੈ ਕਿ ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸੁਭ ਵੰਸ ਪ੍ਰਧਾਨਾ, ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤ ਉਰਜਾਨਾ, ਕਿ ਪਹਿਲਾਂ ਜਿੰਨੇ ਵੀ ਦੇਵੀ ਦੇਵਤੇ, ਗੰਧਰਵ, ਫਰਿਸ਼ਤੇ, ਓਲੀਏ, ਅਵਤਾਰ, ਪੀਰ, ਪੈਗੰਬਰ ਆਏ,
ਉਹ ਸਾਰੇ ਆਪੋ ਆਪਣੇ ਮਤ ਦੇ ਵਿੱਚ ਉਲਝ ਗਏ ਤੇ ਲੋਕਾਂ ਨੂੰ ਉਲਝਾ ਕੇ ਰੱਖ ਦਿੱਤਾ, ਪਰ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਨਾ ਹੋਇਆ। ਤਾਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਗਰਦੰਤੀ ਦੀ ਬਾਣੀ ਵਿੱਚ ਬਚਨ ਕੀਤੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਜਦੋਂ ਪਾਤਸ਼ਾਹ ਦੀ ਵਾਰਤਲਾ ਹੋਈ, ਸਤਿਗੁਰੂ ਨੇ ਬਚਨ ਕੀਤੇ, ਯਹੀ ਆਸ ਪੂਰਨ ਕਰੋ ਤੁਮ ਹਮਾਰੀ, ਮਿਟੈ ਕਸ਼ਟ ਗਊਨ ਛੁਟੈ ਖੇਦ ਭਾਰੀ। ਇਹ ਪਰਮਾਤਮਾ ਮੇਰੇ ਤੇ ਕਿਰਪਾ ਕਰ, ਬਖਸ਼ਿਸ਼ ਕਰ, ਮੈਂ ਸੰਸਾਰ ਦੇ ਤਖਤੇ ਦੇ ਉੱਤੇ ਗਊ ਗਰੀਬ ਦੇ ਉੱਤੇ ਹੋ ਰਹੇ ਅਤਿਆਚਾਰ ਨੂੰ ਰੋਕ ਸਕਾਂ। ਤੇ ਸਤਿਗੁਰੂ ਕਹਿੰਦੇ ਕਿਸ ਤਰ੍ਹਾਂ? ਕਹਿੰਦੇ ਸਭਨ ਕੋ ਸ਼ਬਦ ਵਾਹੇ ਵਾਹੇ ਦ੍ਰਿੜਾਊਂ, ਫਤਿਹ ਸਤਿਗੁਰ ਕੀ ਜਗਤ ਸਿਓ ਬੁਲਾਊਂ। ਕਿ ਸਾਰਿਆਂ ਨੂੰ ਉਸ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਗੁਰਮੰਤਰ ਦਾ ਜਾਪ ਰਟਾਵਾਂ, ਔਰ ਇਹ ਪ੍ਰਮਾਤਮਾ ਤੇਰੇ ਨਾਮ ਦੀ ਫਤਿਹ ਸਾਰੇ ਜਗਤ ਦੇ ਵਿੱਚ ਗਜਾਵਾਂ। ਕਿਸ ਤਰ੍ਹਾਂ? ਕਰਹੂੰ ਖਾਲਸਾ ਪੰਥ ਤੀਸਰ ਪ੍ਰਵੇਸ਼ਾ, ਜਗੇ ਸਿੰਘ ਜੋਧੇ ਧਰੇ ਨੀਲ ਭੇਸਾ। ਕਿ ਪਰਮਾਤਮਾ ਮੈਂ ਸੰਸਾਰ ਦੇ ਤਖਤੇ ਦੇ ਉੱਤੇ ਤੀਸਰਾ ਨਿਲੰਬਰ ਧਾਰੀ ਖਾਲਸਾ ਪੰਥ ਪ੍ਰਗਟ ਕਰਾਂ, ਜਿਹਦੇ ਸਿੰਘ ਜੋਧੇ ਨੀਲਾ ਬਾਣਾ ਧਾਰਨ ਕਰਨ, ਸੀਸ ਤੇ ਦਮਾਲੇ ਸਜਾਉਣ, ਹੱਥ ਦੇ ਵਿੱਚ ਸ਼ਸਤਰਾ ਪਕੜਨ, ਇੱਕ ਹੱਥ ਵਿੱਚ ਤੇਗ ਹੋਵੇ, ਦੂਜੇ ਹੱਥ ਵਿੱਚ ਮਾਲਾ ਹੋਵੇ, ਜਿਹੜਾ ਸੰਤ ਸਿਪਾਹੀ ਦਾ ਸਰੂਪ ਹੋਵੇ। ਧਰਮ ਪੰਥ ਖਾਲਸਾ ਪ੍ਰਚਰ ਭਇਓ, ਸਿਵੰ ਸਤਯੰ ਪੁੰਨਯ ਰੂਪ ਜਏ। ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸਰੂਪ ਹੋ ਕੇ ਨਿਤਰੇ, ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਅਕਾਲੀ ਫੌਜ ਹੋ ਕੇ ਸੰਸਾਰ ਦੇ ਵਿੱਚ ਪਰਮਾਤਮਾ ਦੇ ਨਾਮ ਦਾ ਪ੍ਰਚਾਰ ਕਰੇ, ਉਸ ਪੰਥ ਦੀ ਸਾਜਨਾ ਕਰਾਂ। ਮੈਂ ਇਹ ਬੇਨਤੀ ਤਾਂ ਕਰ ਰਿਹਾ ਕਿ ਮਨ ਦੇ ਵਿੱਚ ਕਿਤੇ ਸ਼ੰਕਾ ਨਾ ਆਵੇ, ਭੁਲੇਖਾ ਨਾ ਆਵੇ ਕਿ ਇੱਥੇ ਤੇ ਏਜੰਸੀਆਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਜਾਂ ਬਾਹਮਣਵਾਦ ਫੈਲਾਇਆ ਜਾ ਰਿਹਾ, ਨਹੀਂ, ਬਲਕਿ ਇਹ ਦੱਸਿਆ ਜਾ ਰਿਹਾ ਕਿ ਸੰਸਾਰ ਦੇ ਵਿੱਚ ਜਿੰਨੀਆਂ ਵੀ ਸ਼ਕਤੀਆਂ ਨੇ ਕੰਮ ਕੀਤਾ, ਜਿੰਨੀਆਂ ਵੀ ਤਾਕਤਾਂ ਨੇ ਕੰਮ ਕੀਤਾ, ਪਰਮਾਤਮਾ ਤੂੰ ਸਾਰਿਆਂ ਦਾ ਆਦ ਹੈ, ਤੂੰ ਪਰਮਾਤਮਾ ਤੂੰ ਸਾਰਿਆਂ ਦਾ ਮੁੱਢ ਹੈ। ਕਿਉਂਕਿ ਜਦੋਂ ਆਪਾਂ ਆਦ ਸ਼ਬਦ ਦੀ ਵਰਤੋਂ ਕਰਾਂਗੇ, ਜਦੋਂ ਆਪਾਂ ਮੁੱਢ ਸ਼ਬਦ ਦੀ ਵਰਤੋਂ ਕਰਾਂਗੇ ਔਰ ਇਹ ਕਵਾਂਗੇ ਕਿ ਪਰਮਾਤਮਾ ਤੂੰ ਸਾਰਿਆਂ ਦਾ ਆਦ ਹੈ, ਫਿਰ ਖਾਲਸਾ ਜੀ ਸਾਰਿਆਂ ਦੇ ਵਿੱਚ ਤੇ ਫਿਰ ਸਾਰੇ ਹੀ ਆਉਂਦੇ ਨੇ, ਕੋਈ ਇੱਕ ਫਿਰਕਾ ਜਾਂ ਕੋਈ ਇੱਕ ਮਜ਼ਹਬ ਜਾਂ ਕੋਈ ਇੱਕ ਧੜਾ ਨਹੀਂ ਆਉਂਦਾ। ਇਸ ਕਰਕੇ ਪਰਮਾਤਮਾ ਨੇ ਕੱਲੇ ਜ਼ਿਕਰ ਕੀਤਾ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਪਾਤਸ਼ਾਹ ਜੀ ਨੇ ਕੱਲੀ ਸ਼ਕਤੀ ਦਾ ਜ਼ਿਕਰ ਕੀਤਾ, ਕੱਲੇ ਦੇਵੀ ਦੇਵਤੇ ਦਾ ਜ਼ਿਕਰ ਕੀਤਾ, ਗੰਧਰਵ ਦਾ ਜ਼ਿਕਰ ਕੀਤਾ, ਫਰਿਸ਼ਤਿਆਂ ਦਾ ਜ਼ਿਕਰ ਕੀਤਾ, ਪੀਰਾਂ ਪੈਗੰਬਰਾਂ ਦਾ ਜ਼ਿਕਰ ਕੀਤਾ, ਔਰ ਜ਼ਿਕਰ ਕਰਕੇ ਅੰਤ ਇਹੋ ਗੱਲ ਕਹੀ ਕਿ ਪਰਮਾਤਮਾ ਇਹਨਾਂ ਨੂੰ ਸਾਜਣ ਵਾਲਾ ਤੂੰ ਹੀ ਹੈ। ਤੇ ਇਹ ਲੋਕੋ ਤੁਸੀਂ ਵੀ ਪਰਮਾਤਮਾ ਨਾਲ ਜੁੜੋ, ਜਿਨੇ ਤੁਸਾਂ ਨੂੰ ਸਾਜਿਆ, ਜਿਨੇ ਦੇਵੀ ਦੇਵਤਿਆਂ ਨੂੰ ਸਾਜਿਆ, ਜਿਨੇ ਗੰਧਰਵਾਂ ਫਰਿਸ਼ਤਿਆਂ ਨੂੰ ਸਾਜਿਆ। ਸਰੋਹ ਵਿਚਾਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਕਿ ਗੰਧਰਵ ਵੀ ਅਤੇ ਜੱਚ ਵੀ ਇਹ ਵੀ ਉਸੇ ਪਰਮਾਤਮਾ ਦੇ ਰਚੇ ਹੋਏ ਨੇ। ਖਾਲਸਾ ਜੀ ਭਗਤ ਕਬੀਰ ਜੀ ਦਾ ਵੀ ਬਚਨ ਆਉਂਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਕਿ ਗੰਧਰਵ ਕੋਟ ਕਰਹਿ ਜੈਕਾਰ, ਕਿ ਪਰਮਾਤਮਾ ਗੰਧਰਵ ਵੀ ਤੇਰੇ ਨਾਮ ਦੀ ਜੈ ਜੈਕਾਰ ਕਰ ਰਹੇ ਨੇ। ਕਿਤੇ ਇਹ ਨਾ ਕੋਈ ਸਮਝੇ ਕਿ ਇਹ ਬਾਣੀ ਦੀ ਵਿਚਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਚਾਰ ਨਾਲੋਂ ਵੱਖਰੀ ਹੈ, ਨਹੀਂ, ਬਲਕਿ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ, ਸਰਬਲੋ ਗ੍ਰੰਥ ਸਾਹਿਬ ਜੀ ਦੀ ਬਾਣੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੀ ਵਿਸਥਾਰ ਪੂਰਵਕ ਵਿਆਖਿਆ ਹੈ। ਭਗਤ ਕਬੀਰ ਜੀ ਨੇ ਵੀ ਕਿਹਾ ਕਿ ਪਾਤਸ਼ਾਹ ਗੰਧਰਵ ਕੋਟ ਕਰੇ ਜੈਕਾਰ, ਗੰਧਰਵ ਵੀ ਤੇਰੀ ਜੈ ਜੈਕਾਰ ਕਰ ਰਹੇ ਨੇ, ਗੰਧਰਵ ਵੀ ਤੇਰੇ ਸਾਜੇ ਨੇ, ਜੱਚ ਵੀ ਤੇਰੇ ਸਾਜੇ ਨੇ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੂੰ ਹੀ ਸਾਰਿਆਂ ਦਾ ਰਚਨਹਾਰ ਹੈ। ਔਰ ਅੱਗੇ ਜੋ ਸਤਿਗੁਰੂ ਨੇ ਸ਼ਬਦ ਵਰਤੇ ਕਿ ਗੰਧਰਵ ਜੱਚ ਰਚੈ ਸੁਭ ਚਾਰਾ, ਸੁਭ ਚਾਰਾ ਤੋਂ ਭਾਵ ਜਿਹੜੀਆਂ ਚਾਰ ਖਾਣੀਆਂ ਸੰਸਾਰ ਦੇ ਵਿੱਚ ਚੱਲ ਰਹੀਆਂ ਨੇ, ਇਹ ਵੀ ਪਰਮਾਤਮਾ ਦੀਆਂ ਸਾਜੀਆਂ ਨੇ। ਚਾਰ ਖਾਣੀਆਂ ਤੋਂ ਭਾਵ ਖਾਲਸਾ ਜੀ ਅੰਡਜ, ਜੇਰਜ, ਸੇਤਜ ਤੇ ਉਤਪੁਜ। ਜਿਵੇਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਬਚਨ ਆਉਂਦਾ ਹੈ ਕਿ ਅੰਡਜ, ਜੇਰਜ, ਸੇਤਜ, ਉਤਪੁਜ ਸਭ ਵਰਨ ਰੂਪ ਜੀ ਜੰਤ ਉਪਾਇਆ। ਹੇ ਪਰਮਾਤਮਾ, ਇਹ ਚਾਰੇ ਖਾਣੀਆਂ, ਇਹ ਸਾਰੇ ਵਰਨ, ਇਹ ਸਾਰੇ ਰੂਪ, ਇਹ ਸਾਰੀਆਂ ਜਾਤੀਆਂ ਇਹ ਪਰਮਾਤਮਾ ਤੇਰੀਆਂ ਸਾਜੀਆਂ ਨੇ। ਅੰਡਜ, ਜੇਰਜ, ਸੇਤਜ, ਉਤਪੁਜ ਸਭ ਵਰਨ ਰੂਪ ਜੀ ਜੰਤ ਉਪਾਇਆ, ਇਹ ਸਾਰੇ ਤੇਰੇ ਸਾਜੇ ਨੇ। ਅੰਡਜ ਖਾਲਸਾ ਜੀ ਉਹਨਾਂ ਨੂੰ ਕਿਹਾ ਜਾਂਦਾ ਜੋ ਅੰਡਿਆਂ ਤੋਂ ਪੈਦਾ ਹੋਣ, ਜੇਰਜ ਉਹਨਾਂ ਨੂੰ ਕਿਹਾ ਜਾਂਦਾ ਜੋ ਜੇਰ ਵਿੱਚੋਂ ਪੈਦਾ ਹੋਵੇ, ਸੇਤਜ ਉਹਨਾਂ ਨੂੰ ਕਿਹਾ ਜਾਂਦਾ ਜਿਹੜੀ ਜੀਵ ਜੰਤੂ ਮੁੜ ਕੇ ਵਿੱਚੋਂ ਪੈਦਾ ਹੋਣ, ਜਿਵੇਂ ਜੂਆਂ, ਕਟਾਣੂ, ਇਹ ਮੁੜ ਕੇ ਵਿੱਚੋਂ ਪੈਦਾ ਹੁੰਦੀਆਂ ਨੇ। ਔਰ ਉਤਪੁਜ, ਉਤਪੁਜ ਤੋਂ ਭਾਵ ਬਨਸਪਤੀ ਜਿਹੜੀ ਪ੍ਰਿਥਵੀ ਦੇ ਵਿੱਚੋਂ, ਧਰਤੀ ਦੇ ਵਿੱਚੋਂ ਆਪਣੇ ਆਪ ਉਤਪੰਨ ਹੁੰਦੀ ਹੈ। ਅੰਡਜ, ਜੇਰਜ, ਸੇਤਜ, ਕੀਨੀ
ਉਤ ਭੁਜ ਖਾਨ ਬਹੁਰ ਰਚਦੀਨੀ। ਇਹ ਵੀ ਪਰਮਾਤਮਾ ਦੀਆਂ ਸਾਜੀਆਂ ਨੇ। ਆਸਾ ਕੀ ਵਾਰ ਦੇ ਵਿੱਚ ਵੀ ਬਚਨ ਆਉਂਦੇ ਨੇ ਕਿ ਅੰਡਜ ਜੇਰਜ ਉਤ ਭੁਜਾਂ ਖਾਣੀ ਸੇਤ ਜਾਂ। ਹੇ ਪਰਮਾਤਮਾ, ਇਹ ਤੇਰੀਆਂ ਸਾਜੀਆਂ ਨੇ। ਇੱਕ ਵਿਦਵਾਨ ਨੇ ਬੜਾ ਸੋਹਣਾ ਲਿਖਿਆ, ਉਹ ਲਿਖਦਾ ਹੈ, ਚਾਰੇ ਖਾਣੀਆਂ ਸਾਜੀਆਂ ਆਪ ਕਰਤੇ, ਜੀ ਜਯੰਤ ਬੇਅੰਤ ਉਪਾ ਦਿੱਤੇ। ਸਿਰ ਸਿਰ ਕਰਮ ਸਭਨਾ ਮੰਦੇ ਲਿਖ ਦਿੱਤੇ, ਧੰਦੇ ਆਪੋ ਹੀ ਆਪਣੇ ਲਾ ਦਿੱਤੇ। ਕਈਆਂ ਨੂੰ ਬਖਸ਼ਿਆ ਆਪਣਾ ਨਾਮ ਸੁੱਚਾ, ਭਗਤੀ ਕਰਨ ਵਿੱਚ ਸਦਾ ਹੀ ਲਗਾ ਦਿੱਤੇ। ਭਗਤ ਕਰਨ ਵਾਲੇ ਸਮਝੋ ਪੁਰਸ਼ ਚੰਗੇ, ਪਾਰ ਵਾਹਿਗੁਰੂ ਪਰਮਾਤਮਾ ਨੇ ਆਪ ਲੰਘਾ ਦਿੱਤੇ। ਉਹ ਕਹਿੰਦੇ ਚਾਰ ਖਾਣੀਆਂ ਇਹ ਪਰਮਾਤਮਾ ਨੇ ਸਾਜੀਆਂ। ਜੀਵ ਜੰਤੂ ਪਤਾ ਨਹੀਂ ਕਿੰਨੇ ਕੁ ਤਰ੍ਹਾਂ ਦੇ ਪਰਮਾਤਮਾ ਨੇ ਸਾਜ ਦਿੱਤੇ। 84 ਲੱਖ ਜੂਣਾ ਮੰਨੀਆਂ ਗਈਆਂ ਨੇ। ਸਿਰ ਸਿਰ ਕਰਮ ਸਭਨਾ ਸੰਦੇ ਲਿਖ ਦਿੱਤੇ, ਧੰਦੋ ਆਪੋ ਹੀ ਆਪਣੇ ਲਾ ਦਿੱਤੇ। ਕਿ ਪਰਮਾਤਮਾ ਨੇ ਹਰ ਇੱਕ ਨੂੰ ਹਰ ਇੱਕ ਦੀ ਡਿਊਟੀ ਬਖਸ਼ੀ ਹੈ। ਹਰ ਇੱਕ ਬੰਦਾ ਆਪੋ ਆਪਣੇ ਧੰਦੇ ਦੇ ਵਿੱਚ, ਆਪੋ ਆਪਣੇ ਕੰਮਾਂ ਕਾਰਾਂ ਦੇ ਵਿੱਚ ਲੱਗਿਆ ਅਤੇ ਹਰ ਇੱਕ ਦੇ ਮੱਥੇ ਦੇ ਉੱਤੇ ਕਰਮ ਲਿਖ ਦਿੱਤੇ। ਕਈਆਂ ਨੂੰ ਬਖਸ਼ਿਆ ਆਪਣਾ ਨਾਮ ਸੁੱਚਾ, ਅਤੇ ਕਈਆਂ ਦੇ ਉੱਤੇ ਜਿਨ੍ਹਾਂ ਉੱਤੇ ਕਿਰਪਾ ਹੋ ਗਈ। ਆਪ ਜਪਾਏ ਜਪੈ ਸੋ ਨਾਓ, ਆਪ ਗਵਾਏ ਸੋ ਹਰ ਗੁਣ ਗਾਓ। ਸਤਿਗੁਰੂ ਕਹਿੰਦੇ ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਉਹ ਵਿਦਵਾਨ ਨੇ ਲਿਖਿਆ, ਜਿਨ੍ਹਾਂ ਉੱਤੇ ਕਿਰਪਾ ਹੋ ਗਈ, ਬਖਸ਼ਿਸ਼ ਹੋ ਗਈ, ਉਹਨਾਂ ਨੂੰ ਆਪਣਾ ਨਾਮ ਬਖਸ਼ ਦਿੱਤਾ ਔਰ ਨਾਮ ਬਖਸ਼ ਕਰਕੇ ਭਗਤੀ ਕਰਨ ਵਿੱਚ ਸਦਾ ਲਗਾ ਦਿੱਤੇ। ਉਹਨਾਂ ਨੂੰ ਸਦਾ ਹੀ ਆਪਣੀ ਭਗਤੀ ਕਰਨ ਵਿੱਚ ਲਾ ਦਿੱਤਾ। ਅਤੇ ਉਹ ਵਿਦਵਾਨ ਅੱਗੇ ਕਹਿੰਦਾ, ਭਗਤ ਕਰਨ ਵਾਲੇ ਸਮਝੋ ਪੁਰਸ਼ ਚੰਗੇ। ਕਹਿੰਦੇ ਜਿਹੜੇ ਭਗਤੀ ਕਰਦੇ ਨੇ ਸਮਝੋ ਉਹ ਪੁਰਸ਼ ਹੀ ਸੰਸਾਰ 'ਤੇ ਚੰਗੇ ਨੇ, ਉਹੀ ਮਹਾਂਪੁਰਖ ਨੇ। ਭਗਤੀ ਕਰਨ ਵਾਲੇ ਸਮਝੋ ਪੁਰਸ਼ ਚੰਗੇ, ਕਿਉਂਕਿ ਪਾਰ ਵਾਹਿਗੁਰੂ ਪਰਮਾਤਮਾ ਨੇ ਆਪ ਲੰਘਾ ਦਿੱਤੇ। ਪਰਮਾਤਮਾ ਨੇ ਆਪ ਉਹਨਾਂ ਨੂੰ ਸੰਸਾਰ ਰੂਪੀ ਭਵਸਾਗਰ ਤੋਂ ਪਾਰ ਲੰਘਾਇਆ। ਖਾਲਸਾ ਜੀ, ਇੱਕ ਵਿਦਵਾਨ ਨੇ ਕਿਹਾ ਕਿ ਬੰਦਿਆ ਤੂੰ ਬੰਦਗੀ ਕਰਿਆ ਕਰ, ਕਿਉਂਕਿ ਬੰਦਗੀ ਕਰੇਂਗਾ ਤਾਂ ਤੇਰੀ ਜ਼ਿੰਦਗੀ ਹੈ, ਨਹੀਂ ਤੇ ਇਹ ਜ਼ਿੰਦਗੀ ਨਹੀਂ, ਇਹ ਧ੍ਰਿਕਾਰ ਹੈ ਇਸ ਜੀਵਨ 'ਤੇ। ਉਹ ਲਿਖਦਾ, ਉੱਪਰੋਂ ਚਿੱਟੇ ਪੋਚੇ ਨਾਲ ਪੋਚਿਆ ਮੁਨਾਰਾ ਸੋਹਣਾ, ਅੰਦਰੋਂ ਲਹੂ ਪਾਕ ਮਲ ਮੂਤਰ ਭਰ ਗੰਦਾ ਹੈ। ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬਿਨ ਬੰਦਗੀ ਬੰਦਾ ਗੰਦੇ ਤੋਂ ਵੀ ਗੰਦਾ ਹੈ। ਕਿ ਇਹ ਜਿਹੜਾ ਸੋਹਣਾ ਮੁਨਾਰ, ਜਿਹੜਾ ਇਹ ਮੁਨਾਰ ਆਪਾਂ ਲਈ ਫਿਰਦੇ ਹਾਂ, ਮਿੱਟੀ ਦਾ ਪੁਤਲਾ, ਇਹਨੂੰ ਬਾਹਰੋਂ ਬੜਾ ਲਿਸ਼ਕਾਉਂਦੇ ਹਾਂ, ਬੜਾ ਪੋਚਾ ਫੇਰਦੇ ਹਾਂ ਕਿ ਇਹ ਸਰੀਰ, ਇਹ ਤਨ ਸੋਹਣਾ ਲੱਗੇ, ਇਹ ਸ਼ਕਲ, ਇਹ ਰੂਪ ਸੋਹਣੀ ਲੱਗੇ। ਪਰ ਉਹ ਕਹਿੰਦਾ ਵੀ ਬਾਹਰੋਂ ਤੇ ਜਿੰਨਾ ਮਰਜ਼ੀ ਇਹਨੂੰ ਸਾਫ਼ ਕਰ ਲੈ, ਜਿੰਨਾ ਮਰਜ਼ੀ ਲਿਸ਼ਕਾ ਲੈ, ਪਰ ਤੇਰੇ ਅੰਦਰ ਕੀ ਹੈ? ਅੰਦਰੋਂ ਲਹੂ ਪਾਕ ਮਲ ਮੂਤਰ ਭਰਿਆ ਗੰਦਾ ਹੈ। ਅੰਦਰ ਤੇ ਲਹੂ ਹੈ, ਪਾਕ ਹੈ, ਮਲ ਮੂਤਰ ਹੈ। ਅੰਦਰੋਂ ਕੀ ਹੈ? ਤੇਰਾ ਅੰਦਰ ਕਿਸੇ ਨੇ ਨਹੀਂ ਵੇਖਿਆ। ਇਸ ਕਰਕੇ ਉਹ ਕਹਿੰਦਾ ਕਿ ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਬਿਨਾ ਬੰਦਾ ਗੰਦੇ ਤੋਂ ਵੀ ਗੰਦਾ ਹੈ। ਪਰਮਾਤਮਾ ਦਾ ਬੰਦਾ ਹੋ ਕੇ ਬੰਦਗੀ ਕਰੇ ਤਾਂ ਹੀ ਤੂੰ ਚੰਗਾ। ਉੱਦਾਂ ਕੇਵਲ ਬਾਹਰੋਂ ਸਾਫ਼ ਹੋਇਆ, ਬਾਹਰੋਂ ਲਿਸ਼ਕਿਆਂ ਤੂੰ ਚੰਗਾ ਨਹੀਂ ਬਣ ਸਕਦਾ। ਬੰਦੇ ਬੰਦਗੀ ਇਖਤਿਆਰ, ਸਾਹਿਬ ਰੋਜ਼ ਧਰੋਂ ਕੇ ਪਿਆਰ। ਉਹ ਬੰਦਿਆ ਉਸ ਪਰਮਾਤਮਾ ਦੀ ਬੰਦਗੀ ਕਰ। ਸਰੋਹ ਵਿਚਾਰ। ਸਤਿਗੁਰੂ ਕਹਿੰਦੇ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਹੀ ਗੰਧਰਵ ਜਛ ਰਚਿਆ ਸੁਭਚਾਰਾ। ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੇ ਹੀ ਇਹਨਾਂ ਨੂੰ ਸਾਜਿਆ, ਗੰਧਰਵ ਨੂੰ ਸਾਜਿਆ, ਜਛ ਨੂੰ ਸਾਜਿਆ ਔਰ ਚਾਰੇ ਖਾਣੀਆਂ ਨੂੰ ਸਾਜਿਆ ਹੈ। ਅੱਗੇ ਬਖਸ਼ਿਸ਼ ਕਰਦੇ ਨੇ, ਭੂਤ ਭਵਿੱਖ ਭਵਾਨ ਕਹਾਣੀ। ਖਾਲਸਾ ਜੀ, ਭੂਤ ਤੋਂ ਭਾਵ ਬੀਤਿਆ ਹੋਇਆ ਸਮਾਂ, ਭਵਿੱਖ ਤੋਂ ਭਾਵ ਆਉਣ ਵਾਲਾ ਸਮਾਂ, ਭਵਿੱਖ ਫਿਊਚਰ, ਔਰ ਭਵਾਨ ਤੋਂ ਭਾਵ ਜਿਹੜਾ ਸਮਾਂ ਇਸ ਵਕਤ ਵਰਤ ਰਿਹਾ ਹੈ, ਜਿਹੜਾ ਸਮਾਂ ਇਸ ਵਕਤ ਚੱਲ ਰਿਹਾ ਹੈ। ਸਤਿਗੁਰੂ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਐਸਾ ਬੇਅੰਤ ਹੈ, ਐਸਾ ਵਿਸ਼ਾਲ ਹੈ, ਐਸੀ ਉਹਦੀ ਵਡਿਆਈ ਹੈ ਪਰਮਾਤਮਾ ਦੀ ਕਿ ਉਹ ਤੇਰੇ ਬੀਤੇ ਹੋਏ ਸਮੇਂ ਨੂੰ ਵੀ ਜਾਣਦਾ ਹੈ। ਭੂਤ ਤੋਂ ਭਾਵ ਬੀਤੇ ਹੋਏ ਸਮੇਂ ਨੂੰ ਜਾਣਦਾ ਹੈ, ਭਵਿੱਖ ਤੋਂ ਭਾਵ ਆਉਣ ਵਾਲੇ ਸਮੇਂ ਨੂੰ ਜਾਣਦਾ ਹੈ, ਅਤੇ ਭਵਾਨ ਤੋਂ ਭਾਵ ਕਿ ਜਿਹੜਾ ਸਮਾਂ ਵਰਤ ਰਿਹਾ ਉਹ ਤੇਰੇ ਵਰਤ ਰਹੇ ਸਮੇਂ ਨੂੰ ਵੀ ਜਾਣਦਾ ਹੈ। ਸੱਚੀ ਗੱਲ ਹੈ ਖਾਲਸਾ ਜੀ। ਆਪਾਂ ਕਹਾਂਗੇ ਕਿ ਬੀਤੇ ਹੋਇਆ ਸਮਾਂ ਤੇ ਸਾਨੂੰ ਵੀ ਪਤਾ ਹੈ ਕਿ ਬੀਤੇ ਦਿਨੀ ਕੀ ਹੋਇਆ, ਜਾਂ ਬੀਤੇ ਸਾਲ ਕੀ ਹੋਇਆ, ਜਾਂ ਬੀਤੇ 5 ਸਾਲਾਂ ਪਿੱਛੇ ਕੀ ਹੋਇਆ, ਪਰ ਨਹੀਂ, ਇੱਥੇ ਭੂਤਕਾਲ ਬੀਤਾ ਹੋਇਆ ਸਮਾਂ ਉਹਨੂੰ ਕਿਹਾ ਗਿਆ ਕਿਉਂਕਿ ਇਸ ਜਨਮ ਤੋਂ ਪਹਿਲਾਂ ਵੀ ਕੁਝ ਬੀਤਿਆ ਸੀ ਤੇਰੇ ਨਾਲ। ਸੁਨਹੋ ਰੇ ਤੂੰ ਕੌਣ ਕਹਾ ਤੇ ਆਇਓ, ਇਹ ਤੀਕ ਨਾ ਜਾਣੋ ਕੇਤਿਕ ਮੁੱਦਤ ਚਲਤੇ ਖਬਰ ਨਾ ਪਾਇਓ। ਤੈਨੂੰ ਇਸ ਗੱਲ ਦੀ ਖਬਰ ਹੀ ਨਹੀਂ ਕਿ ਕਿੰਨੀਆਂ ਮੁੱਦਤਾਂ ਤੋਂ ਤੂੰ ਸਫ਼ਰ ਤੈਅ ਕੀਤਾ,
ਤੇ ਕਿੰਨੀਆਂ ਮੁੱਦਤਾਂ ਤੈਨੂੰ ਇਸ ਸੰਸਾਰ ਦੇ ਵਿੱਚ ਜਨਮ ਲੈ ਕੇ ਤੇ ਮਰਦੇ ਹੋਏ ਬੀਤ ਚੁੱਕੀਆਂ ਨੇ। ਸਾਨੂੰ ਕੇਵਲ ਤੇ ਕੇਵਲ ਇਸ ਜਨਮ ਦਾ ਗਿਆਨ ਹੈ, ਪਰ ਬੀਤੇ ਹੋਏ ਜਨਮ ਦਾ ਗਿਆਨ ਨਹੀਂ। ਪਰ ਪਰਮਾਤਮਾ ਨੂੰ ਸਾਨੂੰ ਸਾਡੇ ਬੀਤੇ ਹੋਏ ਸਮੇਂ ਦਾ ਵੀ ਪਤਾ ਹੈ। ਇੱਕ ਵਿਦਵਾਨ ਨੇ ਲਿਖਿਆ ਕਿ ਇਸ ਜਨਮ ਦੇ ਵਿੱਚ ਮੈਂ ਸਾਰੀ ਜ਼ਿੰਦਗੀ ਐਂ ਹੀ ਗੁਜ਼ਾਰ ਦਿੱਤੀ, ਕੰਮਾਂ ਕਾਰਾਂ ਵਿੱਚ ਉਲਝਿਆ ਰਿਹਾ, ਬੰਦਗੀ ਨਾ ਕੀਤੀ, ਭਗਤੀ ਨਾ ਕੀਤੀ, ਸਿਮਰਨ ਨਾ ਕੀਤਾ, ਬਸ ਹੰਕਾਰ ਦੀ ਬੋਲੀ ਬੋਲਦਾ ਰਿਹਾ, ਇੱਕ ਮਸਤੀ ਜੇ ਦੇ ਵਿੱਚ, ਇੱਕ ਨਸ਼ੇ ਦੇ ਵਿੱਚ ਉਲਝਿਆ ਰਿਹਾ। ਤੇ ਉਹ ਲਿਖਦਾ ਕਿ ਮੁੱਦਤ ਹੁਈ ਇਤਨੀ ਮੁਝੇ ਨਿਕਲੇ हुए घर से, ये भी नहीं मालूम कि आया हूँ किधर से, अपना मुझे आगाज़ भी मालूम नहीं है, ये भी नहीं मालूम कि मंजिल भी कहीं है। ਉਹ ਕਹਿੰਦਾ ਵੀ ਮੁੱਦਤਾਂ ਹੋ ਗਈਆਂ ਮੈਨੂੰ ਘਰ ਤੋਂ ਨਿਕਲਿਆ, ਪਰ ਹੁਣ ਇਹ ਵੀ ਭੁੱਲ ਚੁੱਕਿਆ ਵੀ ਮੈਂ ਕਿਹੜੇ ਘਰੋਂ ਆਇਆ ਸਾਂ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਕਿਹਾ ਨਾ ਕਿ ਮਾਈ ਐਸੇ ਘਰ ਹਮ ਬਹੁ ਬਸਾਏ, ਜਬ ਹਮ ਰਾਮ ਗਰਭ ਹੋਏ ਆਏ, ਕਿ ਇਸ ਤਰ੍ਹਾਂ ਦੇ ਘਰ ਤੇ ਪਤਾ ਨਹੀਂ ਕਿੰਨੇ ਕੇ ਵਸਾ ਕੇ ਤੇ ਕਿੰਨੇ ਕੇ ਵਸਾ ਕੇ ਮੈਂ ਛੱਡ ਕੇ ਆ ਚੁੱਕਿਆ। ਕਿੰਨੀ ਵਾਰ ਤੇ ਸੰਸਾਰ ਤੇ ਜਨਮ ਲਿਆ, ਕਿਸੇ ਦਾ ਪਿਤਾ ਬਣਿਆ, ਕਿਸੇ ਦਾ ਪੁੱਤਰ ਬਣਿਆ, ਕਿਸੇ ਦਾ ਭਰਾ ਬਣਿਆ, ਕਿਸੇ ਦਾ ਕੁਝ ਬਣਿਆ, ਰਿਸ਼ਤੇਦਾਰ ਬਣਿਆ, ਕਿਤਨੇ ਹੀ ਘਰ ਵਸਾ ਕੇ ਛੱਡ ਦਿੱਤੇ, ਪਰ ਉਹਨਾਂ ਦਾ ਗਿਆਨ ਕੋਈ ਨਹੀਂ। ਮੁੱਦਤ ਹੁਈ ਇਤਨੀ ਮੁਝੇ ਨਿਕਲੇ हुए घर से, ये भी नहीं मालूम कि आया हूँ किधर से, ਇਹ ਵੀ ਨਹੀਂ ਪਤਾ ਕਿ ਜਿਹੜੀ ਮੇਰੀ ਰੂਹ ਹੈ, ਜਿਹੜੀ ਮੇਰੀ ਆਤਮਾ ਹੈ, ਇਹ ਆਤਮਾ ਕਿੱਧਰੋਂ ਆਈ ਹੈ ਤੇ ਇਹਨੇ ਕਿੱਧਰ ਜਾਣਾ ਹੈ। ਭੁੱਲ ਗਿਆ ਆਪਣੀ ਮੰਜ਼ਿਲ। ਪਰ ਸਤਿਗੁਰੂ ਕਹਿੰਦੇ ਉਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਤੇਰੇ ਬੀਤੇ ਹੋਏ ਸਮੇਂ ਨੂੰ ਜਾਣਦਾ ਹੈ ਕਿ ਤੇਰੀ ਰੂਹ ਦਾ ਕਿੱਧਰੋਂ ਕਿਹੜਾ ਪਿਆ ਹੈ, ਬੀਤਾ ਹੋਇਆ ਸਮਾਂ ਕੀ ਸੀ ਔਰ ਵਰਤਮਾਨ ਤੋਂ ਭਾਵ ਜਿਹੜਾ ਸਮਾਂ ਵਰਤ ਰਿਹਾ ਹੈ। ਖਾਲਸਾ ਜੀ ਸੱਚੀ ਗੱਲ ਹੈ, ਸਾਨੂੰ ਤੇ ਆਪਣੇ ਵਰਤਮਾਨ ਸਮੇਂ ਦਾ ਵੀ ਨਹੀਂ ਪਤਾ ਕਿ ਜਿਹੜਾ ਸਮਾਂ ਵਰਤ ਰਿਹਾ, ਇਸ ਵਰਤ ਰਹੇ ਸਮੇਂ ਦੇ ਵਿੱਚ ਕੀ ਹੋਵੇਗਾ। ਕਿਉਂਕਿ ਕੇਵਲ ਤੇ ਕੇਵਲ ਬੰਦੇ ਨੂੰ ਇਹੋ ਪਤਾ ਹੈ ਕਿ ਜਿਹੜਾ ਸਾਹ ਮੈਂ ਲੈ ਚੁੱਕਿਆ, ਇਸ ਸਾਹ ਵਿੱਚ ਮੇਰੇ ਨਾਲ ਕੀ ਹੋਇਆ ਹੈ, ਅਗਲੇ ਸਾਹ ਦੇ ਵਿੱਚ ਕੀ ਹੋਣਾ ਇਹ ਕਿਸੇ ਨੂੰ ਨਹੀਂ ਪਤਾ। ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ ਆਉਣਾ ਇਹ ਵੀ ਨਹੀਂ ਪਤਾ। ਇਸੇ ਕਰਕੇ ਮਹਾਰਾਜ ਨੇ ਕਿਹਾ ਕਿ ਤੂੰ ਬੰਦਿਆ ਨਾਮ ਜਪ, ਪਤਾ ਨਹੀਂ ਅਗਲਾ ਸਾਹ ਆਉਣਾ ਵੀ ਹੈ ਕਿ ਨਹੀਂ। ਮਤ ਕੇ ਜਾਪੈ ਸਾਹ ਆਵੇ ਕਹਿਣਾ ਆਵੇ ਰਾਮ, ਅਗਲਾ ਇਹ ਸਾਹ ਦਾ ਤੇ ਪਤਾ ਵੀ ਨਹੀਂ ਆਉਣਾ ਹੈ ਕਿ ਨਹੀਂ। ਸੋ ਇਸ ਕਰਕੇ ਤੂੰ ਬੰਦਗੀ ਕਰ। ਸਤਿਗੁਰੂ ਕਹਿੰਦੇ ਤੇਰੇ ਵਰਤਮਾਨ ਸਮੇਂ ਦਾ ਵੀ ਪਤਾ ਹੈ ਕਿ ਆਉਣ ਵਾਲੇ ਸਾਹ ਦੇ ਵਿੱਚ ਵੀ ਤੇਰੇ ਨਾਲ ਕੀ ਵਰਤੇਗਾ, ਇਹ ਵੀ ਪਰਮਾਤਮਾ ਜਾਣਦਾ ਹੈ। ਔਰ ਭਵਿੱਖ ਤੋਂ ਭਾਵ ਕਿ ਭਵਿੱਖ ਦੇ ਵਿੱਚ ਵੀ ਤੇਰੇ ਨਾਲ ਕੀ ਬੀਤੇਗਾ, ਕੀ ਵਰਤੇਗਾ, ਤੇਰੀ ਕੀ ਹਾਲਤ ਹੋਵੇਗੀ, ਇਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਪਤਾ ਹੈ। ਸੋ ਪਰਮਾਤਮਾ ਤਿੰਨੇ ਸਮਿਆਂ ਦਾ ਜਾਣਨਹਾਰ ਹੈ, ਤਿੰਨੇ ਸਮਿਆਂ ਦੀ, ਤਿੰਨੇ ਕਾਲਾਂ ਦੀ ਕਹਾਣੀ ਨੂੰ ਜਾਣਦਾ ਹੈ। ਔਰ ਇਸ ਪੰਕਤੀ ਦਾ ਜਿਹੜਾ ਦੂਸਰਾ ਭਾਵ ਇਹ ਹੈ, ਸਤਿਗੁਰੂ ਕਹਿੰਦੇ ਕਿ ਐਸਾ ਅਕਾਲ ਪੁਰਖ ਵਾਹਿਗੁਰੂ ਬੇਅੰਤ ਹੈ ਜਿਨੇ ਅਨੇਕਾਂ ਹੀ ਜੀਵ ਜੰਤੂ ਸਾਜੇ, ਚਾਰੇ ਖਾਣੀਆਂ ਸਾਜੀਆਂ, ਦੇਵੀ ਦੇਵਤੇ ਦੈਂਤ ਦਾਨਵ ਸਾਜੇ, ਬ੍ਰਹਮਾ ਵਿਸ਼ਨ ਮਹੇਸ਼ ਨੂੰ ਸਾਜਿਆ, ਗੰਧਰਵ ਸਾਜੇ, ਫਰਿਸ਼ਤੇ ਸਾਜੇ, ਬ੍ਰਹਮੰਡ ਸਾਜਿਆ। ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬੇਅੰਤਤਾ ਹੈ ਕਿ ਭੂਤ ਦੇ ਵਿੱਚ ਵੀ, ਭੂਤ ਕਾਲ ਦੇ ਵਿੱਚ ਵੀ, ਬੀਤੇ ਹੋਏ ਸਮੇਂ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕੇ ਆਏ ਤੇ ਉਹਦੀ ਕਥਾ ਕਰਦੇ ਰਹੇ, ਪਰਮਾਤਮਾ ਦੇ ਗੁਣ ਗਾਉਂਦੇ ਰਹੇ। ਸਤਿਗੁਰੂ ਕਹਿੰਦੇ ਵਰਤਮਾਨ ਸਮੇਂ ਦੇ ਵਿੱਚ ਵੀ ਪਤਾ ਨਹੀਂ ਕਿੰਨੇ ਕੇ ਹੀ ਪਰਮਾਤਮਾ ਦੇ ਗੁਣ ਗਾ ਰਹੇ ਨੇ, ਪਰਮਾਤਮਾ ਦੀ ਕਥਾ ਦੀ ਕਹਾਣੀ ਕਰ ਰਹੇ ਨੇ, ਕਥਾ ਕਹਾਣੀਆਂ ਕਰ ਰਹੇ ਨੇ। ਤੇ ਭਵਿੱਖ ਤੋਂ ਭਾਵ ਆਉਣ ਵਾਲੇ ਸਮੇਂ ਦੇ ਵਿੱਚ ਵੀ ਪਰਮਾਤਮਾ ਦੀ ਕਥਾ ਕਹਾਣੀਆਂ ਕਰਦੇ ਰਹਿਣਗੇ, ਪਰ ਤਾਂ ਵੀ ਬੰਦਿਆ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਣਾ। ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਕਿ ਪਰਮਾਤਮਾ ਦੀ ਕਥਾ ਦਾ, ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾਣਾ। ਕਰੋੜਾਂ ਹੀ ਕਥਾਕਾਰ ਆਏ, ਕਥਾ ਕਰਕੇ ਚਲੇ ਗਏ, ਕਥਾ ਕਰ ਰਹੇ ਨੇ ਤੇ ਕਥਾ ਕਰਕੇ ਚਲੇ ਜਾਣਗੇ। ਪਰ ਜੇ ਕੋਈ ਇਹ ਗੱਲ ਕਵੇ ਕਿ ਮੈਂ ਪਰਮਾਤਮਾ ਦੇ ਗੁਣਾਂ ਦਾ ਅੰਤ ਪਾ ਲਿਆ ਤੇ ਇਹ ਗੱਲ ਝੂਠੀ ਹੈ। ਕਿਉਂਕਿ ਸੋਈ ਅਜਾਨ ਕਹੈ ਮੈਂ ਜਾਨਾ, ਜਾਣਨ ਹਾਰ ਨਾ ਛਾਨਾ ਰੇ। ਅੱਜ ਕੋਈ ਕਹਿ ਦੇਵੇ ਕਿ ਪਰਮਾਤਮਾ ਦਾ ਪਤਾ ਲਾ ਲਿਆ, ਕੇਵਲ ਕੁਦਰਤ ਵਿੱਚ ਹੈ, ਦੂਜਿਆਂ ਨਹੀਂ। ਪਰ ਨਹੀਂ, ਪਰਮਾਤਮਾ ਦਾ ਪਤਾ ਕੋਈ ਨਹੀਂ ਲਾ ਸਕਦਾ ਜਿਹੜਾ ਇਹ ਦਾਅਵਾ ਕਰੇ। ਸਤਿਗੁਰੂ ਕਹਿੰਦੇ ਸੋਈ ਅਜਾਨ ਕਹੈ ਮੈਂ ਜਾਨਾ, ਕਹਿੰਦੇ ਜਿਹੜਾ ਇਹ ਕਵੇ ਮੈਂ ਪਰਮਾਤਮਾ ਨੂੰ ਜਾਣ ਲਿਆ, ਸਮਝ ਲਓ ਉਹਨੇ ਕੁਝ ਵੀ ਨਹੀਂ ਜਾਣਿਆ।
ਜਿਹੜਾ ਇਹ ਕਹਿ ਦੇਵੇ, ਦਾਅਵਾ ਕਰ ਦੇਵੇ ਕਿ ਮੈਨੂੰ ਸਭ ਪਤਾ ਲੱਗ ਗਿਆ, ਸੱਚੀ ਗੱਲ ਤੇ ਇਹ ਹੈ ਉਹਨੂੰ ਹਲੇ ਆਪਣੇ ਆਪ ਦਾ ਪਤਾ ਨਹੀਂ ਲੱਗਿਆ। ਸੋ ਸਤਿਗੁਰੂ ਕਹਿੰਦੇ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਬੀਤੇ ਸਮੇਂ ਦੇ ਵਿੱਚ, ਵਰਤਮਾਨ ਸਮੇਂ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹਦੇ ਗੁਣ ਗਾਏ ਜਾਣਗੇ, ਗਾਏ ਜਾਂਦੇ ਰਹੇ ਨੇ ਤੇ ਗਾਏ ਜਾ ਰਹੇ ਨੇ, ਪਰ ਤਾਂ ਵੀ ਪਰਮਾਤਮਾ ਦਾ ਅੰਤ ਨਹੀਂ ਪਾਇਆ ਜਾਣਾ। ਔਰ ਅੱਗੇ ਬਚਨ ਕਰਦੇ ਨੇ, ਘਟ ਘਟ ਕੇ ਪਟ ਪਟ ਕੀ ਜਾਨੀ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਘਟ ਘਟ ਕੇ ਤੋਂ ਭਾਵ ਹਰ ਇੱਕ ਦੇ, ਘਟ ਘਟ ਕੇ ਪਟ ਪਟ ਕੀ ਜਾਨੀ, ਹਰ ਇੱਕ ਦੇ ਅੰਦਰ ਦੀ ਭਾਵਨਾ, ਹਰ ਇੱਕ ਦੇ ਅੰਦਰ ਦੀ ਬਿਰਤੀ ਨੂੰ ਜਾਣਦਾ। ਪਰਮਾਤਮਾ ਜਾਣਦਾ ਕਿ ਸਾਡੇ ਅੰਦਰ ਕੀ ਚੱਲ ਰਿਹਾ, ਕਿਉਂਕਿ ਅਸੀਂ ਲੋਕ ਬਾਹਰੋਂ ਕੁਝ ਹਾਂ, ਅੰਦਰੋਂ ਕੁਝ ਹਾਂ। ਜੀਓ ਮੈਲੇ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਤਾਂ ਮੈਲੇ, ਤਿਨੀ ਜਨਮ ਜੂਐ ਹਾਰਿਆ। ਇਹੋ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ। ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ। ਸਤਿਗੁਰੂ ਕਹਿੰਦੇ ਵੇਦਾਂ ਦੀਆਂ ਗੱਲਾਂ ਕਰਦਾ, ਕਥਾ ਕਹਾਣੀਆਂ ਕਰਦਾ, ਪਰ ਵੇਦਾਂ ਮਹਿ ਨਾਮ ਉੱਤਮ ਸੋ ਸੁਣੇ ਨਾਹੀ, ਫਿਰੇ ਜਿਉ ਬੇਤਾਲਿਆ। ਕਹਿੰਦੇ ਨੇ ਵੇਦਾਂ ਦੇ ਵਿੱਚ, ਧਾਰਮਿਕ ਗ੍ਰੰਥਾਂ ਦੇ ਵਿੱਚ ਵੀ ਇਹੀ ਕਿਹਾ ਕਿ ਨਾਮ ਦੀ ਵਡਿਆਈ ਹੈ, ਨਾਮ ਹੀ ਉੱਚਾ ਹੈ, ਨਾਮ ਹੀ ਸੁੱਚਾ ਹੈ, ਨਾਮ ਹੀ ਵੱਡਾ ਹੈ, ਪਰ ਉਹਨੂੰ ਨਹੀਂ ਜਪਿਆ ਤੇ ਭੂਤਾਂ ਦੀ ਤਰ੍ਹਾਂ, ਬੈਤਾਲ ਦੀ ਤਰ੍ਹਾਂ ਭਟਕਦਾ ਹੀ ਰਹਿੰਦਾ ਸੰਸਾਰ ਦੇ ਵਿੱਚ ਮਾਇਆ ਦੀ ਖਾਤਰ। ਚਿੱਤ ਜਿਨ ਕਾ ਹਿਰ ਲਿਆ ਮਾਇਆ, ਬੋਲਣ ਪੈ ਰਵਾਣੀ। ਜੇ ਗੱਲਾਂ ਵੀ ਕਰਦਾ ਕੇਵਲ ਤੇ ਕੇਵਲ ਮਾਇਆ ਦੇ ਲਈ ਕਰਦਾ, ਲੋਕਾਂ ਨੂੰ ਆਪਣੇ ਭਰਮ ਜਾਲ ਦੇ ਵਿੱਚ ਪਾਉਣ ਲਈ ਕਰਦਾ। ਸਤਿਗੁਰੂ ਕਹਿੰਦੇ ਤੇਰੇ ਅੰਦਰ ਦੀ ਬਿਰਤੀ ਪਰਮਾਤਮਾ ਜਾਣਦਾ, ਤੂੰ ਪਰਮਾਤਮਾ ਦੇ ਦਰ 'ਤੇ ਆ ਕੇ ਪਰਮਾਤਮਾ ਦੇ ਨਾਲ ਚਤੁਰਾਈ ਨਹੀਂ ਕਰ ਸਕਦਾ। ਚਤੁਰਾਈ ਨਹਿ ਚਤੁਰਭੁਜ ਪਾਈਐ। ਪਰਮਾਤਮਾ ਅੱਗੇ ਸਿਆਣਪ ਨਹੀਂ ਚੱਲਦੀ, ਭਾਵੇਂ ਲੱਖਾਂ ਸਿਆਣਪਾਂ ਤੇਰੇ ਨਾਲ ਹੋਣ। ਅੱਗੇ ਬਚਨ ਕਰਦੇ ਨੇ, ਤਾਤ ਮਾਤ ਜਿਹ ਜਾਤ ਨਾ ਪਾਤਾ। ਤਾਤ ਤੋਂ ਭਾਵ ਪਿਤਾ, ਮਾਤ ਤੋਂ ਭਾਵ ਮਾਤਾ, ਜਾਤ ਤੋਂ ਭਾਵ ਜਾਤੀ। ਖਾਲਸਾ ਜੀ ਸਤਿਗੁਰੂ ਕਹਿੰਦੇ ਉਸ ਪਰਮਾਤਮਾ ਦੇ ਮਾਤਾ ਪਿਤਾ ਨੂੰ ਕੋਈ ਵੀ ਬਿਆਨ ਨਹੀਂ ਕਰ ਸਕਿਆ, ਨਾ ਕਰ ਸਕੇਗਾ, ਕਿਉਂਕਿ ਮਾਤਾ ਪਿਤਾ ਉਹਦੇ ਹੁੰਦੇ ਨੇ ਜਿਹਦਾ ਜਨਮ ਹੋਇਆ ਹੋਵੇ। ਪਰਮਾਤਮਾ ਦਾ ਜਨਮ ਨਹੀਂ, ਪਰਮਾਤਮਾ ਦਾ ਪ੍ਰਕਾਸ਼ ਹੋਇਆ ਹੈ, ਕਿਉਂਕਿ ਜਿਹਦਾ ਜਨਮ ਹੋਵੇ ਉਹਦਾ ਮਰਨ ਜ਼ਰੂਰ ਹੋਵੇਗਾ, ਪਰ ਪਰਮਾਤਮਾ ਦਾ ਮਰਨ ਕਦੇ ਨਹੀਂ ਹੋ ਸਕਦਾ। ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਅਟਲ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਮਾਤਾ ਪਿਤਾ ਦਾ ਕਥਨ ਨਹੀਂ ਕੀਤਾ ਜਾ ਸਕਦਾ। ਪਰਮਾਤਮਾ ਦੀ ਕੋਈ ਇੱਕ ਜਾਤ ਨਿਯੁਕਤ ਨਹੀਂ ਕੀਤੀ ਜਾ ਸਕਦੀ। ਹਾਂ, ਪਰ ਸੰਸਾਰ ਦੇ ਵਿੱਚ ਜਿੰਨੀਆਂ ਵੀ ਜਾਤਾਂ ਨਜ਼ਰ ਆ ਰਹੀਆਂ ਨੇ, ਇਹਨਾਂ ਦੇ ਵਿੱਚ ਪਰਮਾਤਮਾ ਜ਼ਰੂਰ ਸਮਾਇਆ ਹੋਇਆ ਹੈ, ਇਹਨਾਂ ਦੇ ਵਿੱਚ ਪਰਮਾਤਮਾ ਜ਼ਰੂਰ ਵਸ ਰਿਹਾ ਹੈ। ਜਿਵੇਂ ਜਾਪ ਸਾਹਿਬ ਦੇ ਵਿੱਚ ਵੀ ਆਪ ਸਭ ਬਚਨ ਪੜ੍ਹਦੇ ਹਾਂ ਕਿ ਤਾਤ ਮਾਤ ਨਾ ਜਾਤ ਜਾਕਰ ਪੁੱਤਰ ਪੌਤਰ ਮਕੰਦ, ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜਾਤ ਪਾਤ ਨਿਯੁਕਤ ਨਹੀਂ ਕੀਤੀ ਜਾ ਸਕਦੀ। ਮਾਤਾ ਪਿਤਾ ਕਥਨ ਨਹੀਂ ਕੀਤੇ ਜਾ ਸਕਦੇ, ਨਾ ਤਾਤੈ ਨਾ ਮਾਤੈ, ਨਾ ਜਾਤੈ ਨਾ ਪਾਤੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅਜੂਨੀ ਹੈ। ਅਕਾਲ ਪੁਰਖ ਪਰਮਾਤਮਾ ਸਹਿ ਭੰਗ ਹੈ। ਤਾਂ ਹੀ ਮੂਲ ਮੰਤਰ 'ਚ ਪੜ੍ਹਦੇ ਹਾਂ ਕਿ ਅਜੂਨੀ ਸਹਿ ਭੰਗ। ਅਜੂਨੀ ਹੈ, ਜੂਨ ਦੇ ਵਿੱਚ ਨਹੀਂ ਆਉਂਦਾ, ਜਨਮ ਮਰਨ ਵਿੱਚ ਨਹੀਂ ਆਉਂਦਾ, ਬਲਕਿ ਉਹ ਸਹਿ ਭੰਗ ਹੈ। ਉਸ ਪਰਮਾਤਮਾ ਨੇ ਆਪਣੀ ਰਚਨਾ ਆਪਣੇ ਆਪ ਕੀਤੀ ਹੈ। ਕੋਈ ਪਰਮਾਤਮਾ ਨੂੰ ਰਚਨਹਾਰ ਨਹੀਂ, ਪਰ ਪਰਮਾਤਮਾ ਸਾਰਿਆਂ ਦਾ ਰਚਣ ਵਾਲਾ ਹੈ। ਸੋ ਅੱਗੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਕਰਦੇ ਨੇ, ਏਕ ਰੰਗ ਕਾਹੂ ਨਹੀਂ ਰਾਤਾ। ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦਾ ਸੁਭਾਅ ਹੈ, ਪਰਮਾਤਮਾ ਦੀ ਅਵਸਥਾ ਹੈ ਕਿ ਪਰਮਾਤਮਾ ਆਪਣੇ ਰੰਗ ਦੇ ਵਿੱਚ ਰੰਗਿਆ, ਭਾਵ ਅਡੋਲ ਹੈ, ਆਪਣੀ ਮਸਤੀ ਦੇ ਵਿੱਚ ਮਸਤ ਹੈ। ਪਰਮਾਤਮਾ ਕਿਸੇ ਦੇ ਭੈ ਦੇ ਵਿੱਚ ਨਹੀਂ ਰਤਦਾ, ਪਰਮਾਤਮਾ ਕਿਸੇ ਦੇ ਭੈ ਦੇ ਵਿੱਚ ਨਹੀਂ ਆਉਂਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਨੂੰ ਕੋਈ ਡਲਾ ਨਹੀਂ ਸਕਦਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਅਡੋਲ ਹੈ ਔਰ ਆਪਣੇ ਰੰਗ ਦੇ ਵਿੱਚ ਰੰਗਿਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਉਹ ਸਦਾ ਹੀ ਮਸਤ ਹੈ, ਆਪਣੇ ਸੁਭਾਅ ਨੂੰ ਨਹੀਂ ਬਦਲਦਾ। ਅੱਗੇ ਬਚਨ ਕਰਦੇ ਨੇ, ਸਰਬ ਜੋਤ ਕੇ ਬੀਚ ਸਮਾਨਾ, ਕਿ ਸੰਸਾਰ ਦੇ ਵਿੱਚ ਜਿੰਨੀਆਂ ਵੀ ਜੋਤਾਂ ਨਜ਼ਰ ਆ ਰਹੀਆਂ ਨੇ, ਜੋਤਾਂ ਤੋਂ ਭਾਵ ਖਾਲਸਾ ਜੀ ਇਹ ਜੀਵ ਰੂਪੀ ਜੋਤਾਂ, ਜਿਤਨੇ ਜੀਵ ਜੰਤੂ ਨੇ ਇਹ ਵੀ ਇੱਕ ਜੋਤ ਹੈ, ਜਿਤਨੀ ਬਨਸਪਤੀ ਹੈ ਇਹ ਵੀ ਇੱਕ ਜੋਤ ਹੈ। ਵਾਯੂ ਮੰਡਲ, ਬ੍ਰਹਿਮੰਡ, ਧਰਤੀ, ਆਕਾਸ਼, ਪਤਾਲ, ਇਹ ਸਾਰੀਆਂ ਇੱਕ ਇੱਕ ਜੋਤਾਂ ਨੇ। ਸਤਿਗੁਰੂ ਕਹਿੰਦੇ ਇਹਨਾਂ ਸਾਰੀਆਂ ਸੰਸਾਰ ਦੀਆਂ ਜੋਤਾਂ ਦੇ ਵਿੱਚ ਨਿਰੰਕਾਰ ਖੁਦ ਸਮਾਇਆ ਹੋਇਆ ਹੈ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਖੁਦ ਰਮਿਆ ਹੋਇਆ ਹੈ ਇਸ ਸੰਸਾਰ ਦੀਆਂ ਜੋਤਾਂ ਦੇ ਵਿੱਚ।
ਕਿਉਂਕਿ ਸਾਰਿਆਂ ਦੇ ਵਿੱਚ ਪਰਮਾਤਮਾ ਦੀ ਹੀ ਜੋਤ ਹੈ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਜੇ ਪਰਮਾਤਮਾ ਦੀ ਜੋਤ ਕਿਸੇ ਵਿੱਚ ਨਾ ਹੋਵੇ ਤੇ ਫਿਰ ਪਿਆਰ ਵਾਲਿਓ ਉਹ ਕੇਵਲ ਮੁਰਦਾ ਹੈ, ਮੁਰਦਾਰ ਬਣ ਜਾਂਦਾ ਹੈ। ਆਪਾਂ ਸਾਰੇ ਵੇਖਦੇ ਹਾਂ ਜਿਨ੍ਹਾਂ ਇਨਸਾਨਾਂ ਦੇ ਅੰਦਰ ਪਰਮਾਤਮਾ ਦੀ ਜੋਤ ਹੈ ਉਹ ਸਦਾ ਜੀਵਤ ਨੇ, ਪਰ ਜਿਨ੍ਹਾਂ ਦੇ ਸਵਾਸ ਪੂਰੇ ਹੋ ਜਾਣ, ਜੋਤ ਨਿਕਲ ਜਾਵੇ, ਫਿਰ ਉਹਨੂੰ ਇਨਸਾਨ ਨਹੀਂ, ਉਹਨੂੰ ਸਰੀਰ ਨਹੀਂ, ਉਹਨੂੰ ਮੁਰਦਾ ਕਿਹਾ ਜਾਂਦਾ ਹੈ। ਸੋ ਪਰਮਾਤਮਾ ਹੀ ਹੈ ਜਿਹੜਾ ਸੰਸਾਰ ਦੀਆਂ ਜੋਤਾਂ ਦੇ ਵਿੱਚ ਖੁਦ ਨਿਰੰਕਾਰ ਸਮਾਇਆ ਹੋਇਆ ਹੈ।